ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 463 ਤੋਂ ਲੈ ਕੇ 465 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ, ਬਹੁਤ ਹੀ ਪਿਆਰੀ ਬਾਣੀ ਹੈ। ਅੱਜ ਵਾਲੀ ਬਾਣੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਵਿਸਵਾਦ ਵਿੱਚ ਲੈ ਕੇ ਜਾ ਰਹੀ ਆ। ਕਈ ਬਾਣੀ ਸਾਰੀ ਹੀ ਅਕਾਲ ਪੁਰਖ ਦੀ ਹੈ ਅਤੇ ਬਹੁਤ ਹੀ ਪਿਆਰੀ ਹੈ, ਪਰ ਕਈ ਦਫਾ ਕਈ ਬਾਣੀ ਨੂੰ ਪੜ੍ਹ ਕੇ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਨਿਰੰਕਾਰ ਦੇ ਦੇਸ਼ ਵਿੱਚ ਹੀ ਪਹੁੰਚ ਗਏ ਹੁੰਦੇ ਆ। ਮਤਲਬ ਅੰਦਰੋਂ ਇਸ ਤਰ੍ਹਾਂ ਦਾ ਆਨੰਦ ਅੰਦਰ ਆ ਜਾਂਦਾ, ਸ਼ਾਇਦ ਆਪ ਨੂੰ ਵੀ ਸੁਣਦਿਆਂ ਆਉਂਦਾ ਹੋਵੇ, ਪਰ ਦਾਸੀ ਨੂੰ ਬਾਣੀ ਨੂੰ ਪੜ੍ਹਦਿਆਂ ਵਿਚਾਰ ਕਰਦਿਆਂ ਮਤਲਬ ਬਹੁਤ ਹੀ ਜਿੱਦਾਂ ਵਾਹਿਗੁਰੂ ਜੀ ਆਨੰਦ ਬਖਸ਼ਦੇ ਨੇ। ਉਹਦਾ ਕੋਟਾਨ ਕੋਟ ਧੰਨਵਾਦ, ਸ਼ਬਦ ਹੀ ਨਹੀਂ ਹੈਗੇ ਉਹਦਾ ਧੰਨਵਾਦ ਕਰਨ ਦਾ ਕਿ ਵੀ ਕਿਵੇਂ ਉਹਦਾ ਧੰਨਵਾਦ ਕਰੀਏ ਜੋ ਇੰਨਾ ਆਨੰਦ ਦਿੰਦਾ, ਇੰਨੀ ਮਨ ਨੂੰ ਸ਼ਾਂਤੀ ਦਿੰਦਾ। ਸੱਚਾ ਪਾਤਸ਼ਾਹ ਪਤਾ ਨਹੀਂ ਕਿਵੇਂ ਚੁਣ ਲਿਆ ਇੰਨੀ ਮਤਲਬ ਸ਼ਾਂਤੀ ਦੇਣ ਨੂੰ, ਇੰਨਾ ਆਨੰਦ ਦੇਣ ਨੂੰ, ਇੰਨੀ ਪ੍ਰੀਤ ਦੇਣ ਨੂੰ। ਧੰਨਵਾਦ ਨਹੀਂ ਕਰ ਸਕਦੀ ਸੱਚੇ ਪਾਤਸ਼ਾਹ ਜੀ ਦਾ। ਅੱਜ ਵਾਲੀ ਬਾਣੀ ਬਹੁਤ ਹੀ ਪਿਆਰ ਵਾਲੀ ਆ। ਆਓ ਜੀ ਸਰਵਣ ਕਰੀਏ। ਵਾਹਿਗੁਰੂ ਜੀ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੂਝੈ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਜਿਹਦਾ ਨਾਮ ਇੰਨਾ ਵੱਡਾ, ਜਿਹਦਾ ਨਾਮ ਇੰਨਾ ਵੱਡਾ ਅਤੇ ਉਹਦੀ ਵਡਿਆਈ ਵੱਡੀ ਆ ਨਾ। ਜਿਹਦਾ ਨਾਮ ਐਡਾ ਵੱਡਾ ਉਹਦੀ ਹੀ ਵਡਿਆਈ ਵੱਡੀ ਆ ਨਾ। ਅਤੇ ਅਸੀਂ ਉਹਦੀ ਵਡਿਆਈ ਦੱਸ ਨਹੀਂ ਸਕਦੇ ਕਿ ਕਿੰਨੀ ਵੱਡੀ ਆ। ਉਹ ਐਡਾ ਵੱਡਾ ਮਾਲਕ ਅਤੇ ਅਸੀਂ ਉਹਦੀ ਵਡਿਆਈ ਕਿਵੇਂ ਦੱਸ ਸਕਦੇ ਹਾਂ। ਵਡਿਆਈ ਅਸੀਂ ਉਹਦੀ ਕਰ ਸਕਦੇ ਹਾਂ, ਪਰ ਉਹਦੀ ਜਿਹੜੀ ਵਡਿਆਈ ਆ ਨਾ, ਉਹਦਾ ਮਤਲਬ ਅਸੀਂ ਅੰਤ ਨਹੀਂ ਪਾ ਸਕਦੇ ਹੈਗੇ ਵੀ ਸਾਰੀ ਸ੍ਰਿਸ਼ਟੀ ਉਹਦੀ ਵਡਿਆਈ ਕਰ ਰਹੀ ਆ। ਅਤੇ ਅਸੀਂ ਤਾਂ ਸਿਰਫ ਉਹਦੇ ਗੁਣਾਂ ਨੂੰ ਗਾ ਸਕਦੇ ਹਾਂ, ਉਹਦਾ ਅੰਤ ਨਹੀਂ ਪਾ ਸਕਦੇ। ਕਹਿੰਦੇ ਉਹਦੀ ਵੱਡੀ ਵਡਿਆਈ ਇਸ ਕਰਕੇ ਆ ਕਿ ਉਹਦਾ ਨਿਆਂ ਵੀ ਸੱਚਾ ਹੈ। ਉਸ ਕਰਤੇ ਪੁਰਖ ਦਾ ਨਿਆਂ ਵੀ ਸੱਚਾ ਹੈ, ਇਸ ਕਰਕੇ ਵੀ ਉਹਦੀ ਵਡਿਆਈ ਵੱਡੀ ਹੈ। ਫਿਰ ਕਹਿੰਦੇ ਵੱਡੀ ਵਡਿਆਈ ਇਸ ਕਰਕੇ ਕਿ ਉਹ ਅਵਿਨਾਸ਼ੀ ਹੈ। ਬਾਕੀ ਸਭ ਕੁਛ ਜਾਣ ਆਉਣ ਵਾਲਾ ਹੈ, ਖਤਮ ਹੋਣ ਵਾਲਾ ਹੈ, ਪਰ ਉਹ ਹਮੇਸ਼ਾ ਰਹਿਣ ਵਾਲਾ ਹੈ। ਉਹਦੀ ਵੱਡੀ ਵਡਿਆਈ ਜੋ ਜੀਵਾਂ ਦੇ ਅੰਦਰ ਦੀਆਂ ਸਭ ਅਰਦਾਸਾਂ ਨੂੰ ਜਾਣਦਾ ਹੈ। ਸਾਡੇ ਅੰਦਰ ਕੀ ਚੱਲ ਰਿਹਾ ਹੈ, ਸਾਡੇ ਦਿਲ ਦੀਆਂ ਜਾਣਨ ਵਾਲਾ ਹੈ। ਸਾਡੇ ਅੰਦਰਲੀ ਭਾਵਨਾ ਨੂੰ, ਸਭ ਕੁਛ ਨੂੰ ਜਾਣਦਾ ਉਹ ਮਾਲਕ। ਕਹਿੰਦੇ ਉਹਦੀ ਵੱਡੀ ਵਡਿਆਈ ਇਸ ਕਰਕੇ ਵੀ ਆ ਜੋ ਦਾਤਾਂ ਦਿੰਦਾ, ਉਹ ਦਾਤਾਂ ਦੇਣ 'ਚ ਸੁਤੰਤਰ ਆ। ਉਹਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਕਿਸੇ ਨੂੰ ਦਾਤ ਦੇਣ ਲਈ। ਉਹ ਆਪਣੇ ਆਪ ਦੇ ਵਿੱਚ ਆ। ਉਹਨੇ ਆਪਣੇ ਆਪ ਨੂੰ ਸਾਜਿਆ, ਫਿਰ ਉਹਨੇ ਦੁਨੀਆ ਨੂੰ ਸਾਜਿਆ। ਕਹਿੰਦੇ ਉਹਦੀ ਜਿਹੜੀ ਇਹ ਕਾਰ ਚੱਲ ਰਹੀ ਆ ਸੰਸਾਰ ਦੇ ਵਿੱਚ, ਅਸੀਂ ਇਹਨੂੰ ਕਥਨ ਨਹੀਂ ਕਰ ਸਕਦੇ। ਪਰਮੇਸ਼ਰ ਦੀ ਜਿਹੜੀ ਇਹ ਖੇਡ ਬਣਾਈ ਹੋਈ ਆ, ਅਸੀਂ ਇਹਨੂੰ ਦੱਸ ਨਹੀਂ ਸਕਦੇ। ਉਹ ਸਭ ਕੁਛ ਆਪਣੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਵਰਤਾ ਰਿਹਾ ਪਰਮੇਸ਼ਰ। ਉਹਦੇ ਜਿੱਡਾ ਵੱਡਾ ਉਹ ਆਪ ਹੀ ਹੈ, ਉਹਦੇ ਬਰਾਬਰ ਦਾ ਕੋਈ ਦੂਜਾ ਨਹੀਂ ਹੈ। ਮਹੱਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼, ਇਕ ਨਾ ਭਾਣੇ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ,
ਇਹ ਵੀ ਆਖ ਨ ਜਾਪਈ ਜੇ ਕਿਸੈ ਆਣੇ ਰਾਸ। ਹਾਂਜੀ ਸੰਗਤ ਜੀ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਇਹ ਜਿਹੜੀ ਸੰਸਾਰ ਹੈਗਾ ਇਹ ਉਸ ਪਰਮੇਸ਼ਰ ਦੀ ਬਣਾਈ ਹੋਈ ਜਿਸ ਤਰ੍ਹਾਂ ਜਗ੍ਹਾ ਹੈ, ਉਹ ਪਰਮੇਸ਼ਰ ਆਪ ਹੀ ਇੱਥੇ ਉਹਨੇ ਵਾਸਾ ਕੀਤਾ ਹੋਇਆ। ਪਰਮੇਸ਼ਰ ਨੇ ਸੰਸਾਰ ਆਪਦੇ ਰਹਿਣ ਲਈ ਕਹਿੰਦੇ ਇੱਕ ਜਗ੍ਹਾ ਬਣਾਈ ਹੋਈ ਆ। ਇਸੇ ਵਿੱਚ ਜਿਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਕੀਤੀ, ਆਪ ਜਗਤ ਦੇ ਵਿੱਚ ਫਿਰ ਸਮਾ ਗਿਆ। ਜਿੱਦਾਂ ਆਪਾਂ ਕਹਿੰਦੇ ਹਾਂ ਨਾ ਕਿ ਸਾਡੇ ਅੰਦਰ ਵੀ ਅਤੇ ਬਾਹਰ ਉਹ ਪਰਮੇਸ਼ਰ ਆ, ਹਰ ਇੱਕ ਜਗ੍ਹਾ 'ਤੇ ਉਹ ਪਰਮੇਸ਼ਰ ਆ, ਇਹ ਉਹਦਾ ਹੀ ਜਗਤ ਹੈਗਾ। ਇੱਕਨਾਂ ਨੂੰ ਆਪਣੇ ਹੁਕਮ ਦੇ ਵਿੱਚ ਆਪਣੇ ਵਿੱਚ ਲੀਨ ਕਰ ਲੈਂਦਾ, ਇੱਕ ਉਹਦੇ ਹੁਕਮ ਦੇ ਵਿੱਚ ਹੀ ਆਵਾਗਮਨ ਦੇ ਵਿੱਚ ਭਟਕਦੇ ਨੇ, ਇੱਕ ਉਹਦੇ ਹੁਕਮ ਦੇ ਵਿੱਚ ਹੀ ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ, ਇੱਕ ਉਹਦੇ ਹੁਕਮ ਦੇ ਵਿੱਚ ਹੀ ਮਾਇਆ ਤੋਂ ਉਪਰਾਮ ਹੋ ਗਏ ਨੇ। ਸਭ ਉਹਦਾ ਹੁਕਮ ਆ। ਕਹਿੰਦੇ ਆਪਾਂ ਦੱਸ ਨਹੀਂ ਸਕਦੇ ਵੀ ਉਹ ਜਿਹੜਾ ਆਪਣੀ ਇਹ ਖੇਡ ਆ ਕਿਵੇਂ ਵਰਤਾ ਰਿਹਾ ਹੈ, ਅਸੀਂ ਨਹੀਂ ਦੱਸ ਸਕਦੇ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਫਿਰ ਕਹਿੰਦੇ ਵੀ ਗੁਰੂ ਦੇ ਸਨਮੁਖ ਹੋ ਕੇ ਉਸ ਜੀਵ ਨੂੰ ਇਹਦੀ ਸਮਝ ਲੱਗਦੀ ਹੈ ਖੇਡ ਦੀ, ਜਿਹਦੇ ਆਪ ਅੰਦਰ ਆਤਮਿਕ ਚਾਨਣ ਕਰ ਦਿੰਦਾ, ਗੁਰੂ ਦੇ ਸਨਮੁਖ ਰੱਖ ਕੇ ਜੀਵ ਨੂੰ। ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਥਾਏ ਨਾ ਪਾਇਨ ਕੂੜੀਆਰ ਮੂੰਹ ਕਾਲੈ ਦੋਜਕ ਚਾਲਿਆ। ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦੇ ਪਰਮੇਸ਼ਰ ਨੇ ਜੀਵ ਬਣਾਏ, ਫਿਰ ਜੀਵ ਕਰਮ ਕਰਦੇ ਨੇ, ਫਿਰ ਉਹਨਾਂ ਦੇ ਕਰਮਾਂ ਦਾ ਲੇਖਾ ਲਿਖਣ ਦੇ ਲਈ ਧਰਮ ਰਾਜ ਨੂੰ ਪਰਮਾਤਮਾ ਨੇ ਬਹਾਲਿਆ ਹੋਇਆ। ਧਰਮ ਰਾਜ ਹੈ, ਇੱਕ ਝੂਠੀ ਗੱਲ ਨਹੀਂ ਹੈ। ਕਈ ਜੀਵ ਕਹਿੰਦੇ ਨੇ ਇਹ ਹੈ ਨਹੀਂ, ਇਹ ਹੈ। ਇਹ ਫਿਰ ਜਿਹੜਾ ਧਰਮ ਰਾਜ ਆ ਉਹ ਜੀਵਾਂ ਦੇ ਜਿਹੜੇ ਲੇਖ ਨੇ ਨਾ ਉਹ ਉਹਨਾਂ ਨੂੰ ਵਿਚਾਰਦਾ, ਅਤੇ ਉਹ ਜਿਹੜੇ ਕਹਿੰਦੇ ਲੇਖ ਜੀਵ ਦੇ ਲਿਖੇ ਹੁੰਦੇ ਨੇ ਨਾ, ਜੀਵ ਉਹ ਮੁੱਕਰ ਨਹੀਂ ਸਕਦਾ। ਜਦੋਂ ਜੀਵ ਉੱਥੇ ਪਹੁੰਚਦਾ ਨਾ ਪਰਮਾਤਮਾ ਦੀ ਦਰਗਾਹ ਦੇ ਵਿੱਚ, ਉਹ ਕਹਿੰਦੇ ਰੀਲ ਇਸ ਤਰ੍ਹਾਂ ਚੱਲਦੀ ਹੈ ਜਿਵੇਂ ਫਿਲਮਾਂ ਚੱਲਦੀਆਂ ਨੇ। ਜੀਵ ਦੇ ਸਾਹਮਣੇ ਸਾਰੇ ਕਰਮ ਲਿਆਂਦੇ ਜਾਂਦੇ ਨੇ ਵੀ ਇਹ ਹੋਏ ਨੇ, ਸਾਰੇ ਵਾਪਰੇ ਨੇ, ਅਤੇ ਜੀਵ ਨੂੰ ਸਭ ਪਤਾ ਹੁੰਦਾ ਜਿਹੜੇ ਕੀਤੇ ਹੁੰਦੇ ਨੇ ਉਹਨੇ। ਫਿਰ ਉਹਦੇ ਹਿਸਾਬ ਦੇ ਨਾਲ ਜੀਵ ਦਾ ਜਿਹੜਾ ਹੁੰਦਾ ਕਿ ਵੀ ਹੁਣ ਇਹਦਾ ਦੁਬਾਰਾ ਜਨਮ ਹੋਣਾ ਤਾਂ ਕਿਹੜਾ ਹੋਣਾ, ਅਤੇ ਜੇ ਇਹਦੇ ਨਾਮ ਦੀ ਕਮਾਈ ਕੀਤੀ ਹੈ ਫਿਰ ਇਹਦਾ ਪਰਮੇਸ਼ਰ ਦੇ ਚਰਨਾਂ 'ਚ ਸਦਾ ਲਈ ਨਿਵਾਸ ਹੋ ਜਾਣਾ, ਫਿਰ ਇਹਦਾ ਆਵਾਗਮਨ ਕੱਟਿਆ ਜਾਣਾ। ਇਹ ਸਭ ਫਿਰ ਨਿਆਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹੁੰਦਾ ਕਿ ਵੀ ਜੀਵ ਦੋਜਕ ਕਿਹੜਾ ਹੁੰਦਾ, ਉਹ ਦੋਜਕ ਜਿਹੜਾ ਨਰਕ ਵੀ ਜਿਹੜਾ ਦੁਬਾਰਾ ਫਿਰ ਉਹਨੇ ਜਨਮ ਦੇ ਵਿੱਚ ਆਉਣਾ। ਉਹ ਫਿਰ ਸਾਰੇ ਜਿਹੜੇ ਪਿਛਲੇ ਕਰਮ ਨੇ ਨਾ ਉਹ ਸਾਰਿਆਂ ਦਾ ਲੇਖਾ ਜੋਖਾ ਹੋ ਕੇ ਫਿਰ ਉਹਦਾ ਜਿਹੜੇ ਸਾਡੇ ਕਰਮ ਲਿਖ ਕੇ ਆਏ ਹੋਏ ਨੇ, ਹੁਣ ਵੀ ਅਸੀਂ ਐਵੇਂ ਹੀ ਆਏ ਹੋਏ ਹਾਂ ਜਿਹੜੇ ਪਹਿਲੇ ਕਰਮਾਂ ਦੇ ਹਿਸਾਬ ਨਾਲ, ਉਸੇ ਹਿਸਾਬ ਨਾਲ ਅਸੀਂ ਹੁਣ ਕਰਮ ਕਰੀ ਜਾ ਰਹੇ ਹਾਂ। ਅਤੇ ਤਾਂ ਹੀ ਪਰਮੇਸ਼ਰ ਨੇ ਆਪਣੇ ਲਈ ਇਹ ਗੁਰੂ ਗ੍ਰੰਥ ਸਾਹਿਬ ਜੀ ਭੇਜੇ ਨੇ ਕਿ ਨਾਮ ਦੀ ਕਮਾਈ ਕਰੋ ਅਤੇ ਅੱਗੇ ਨੂੰ ਥੋੜ੍ਹਾ ਕੁਛ ਚੰਗਾ ਕਰ ਲਈਏ, ਤਾਂ ਕਿ ਫਿਰ ਸਾਨੂੰ ਆਹ ਮੁੜ ਕੇ ਜਨਮ ਨਾ ਲੈਣੇ ਪੈਣ। ਜਿਹੜੇ ਕਹਿੰਦੇ ਫਿਰ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਫਿਰ ਉਹ ਆਪਣਾ ਜਿਹੜਾ ਇਹ ਜੀਵਨ ਆ ਨਾ ਉਹ ਸਫਲਾ ਕਰਕੇ ਜਾਂਦੇ ਨੇ। ਉਹਨਾਂ ਨੂੰ ਫਿਰ ਆਵਾਗਮਨ ਦੇ ਚੱਕਰ 'ਚ ਨਹੀਂ ਪੈਣਾ ਪੈਂਦਾ। ਜਿਨ੍ਹਾਂ ਨੇ ਠੱਗੀਆਂ ਠੋਰੀਆਂ ਕੀਤੀਆਂ ਨੇ, ਮਾੜੇ ਕਰਮ ਕੀਤੇ ਨੇ, ਉਹ ਕੱਢ ਲੈ ਜਾਂਦੇ ਨੇ, ਕਿਉਂਕਿ ਜਿਹੜਾ ਪਰਮੇਸ਼ਰ ਆ ਨਾ ਉਹਦੀ ਦਰਗਾਹ ਦੇ ਵਿੱਚ ਪਰਮੇਸ਼ਰ ਆਪ ਹੀ ਗਵਾਹ ਅਤੇ ਆਪ ਹੀ ਜੱਜ ਆ। ਗਵਾਹ ਹੁਣ ਸਾਡੇ ਅੰਦਰ ਬੈਠਾ ਸਭ ਕੁਝ ਦੇਖ ਰਿਹਾ, ਗਵਾਹ ਹੈਗਾ। ਫਿਰ ਜਦੋਂ ਉੱਥੇ ਫੈਸਲਾ ਕਰਨਾ ਜੱਜ ਵੀ ਆ। ਜਿਹੜੀਆਂ ਇਹ ਸੰਸਾਰ ਦੀਆਂ ਅਦਾਲਤਾਂ ਨੇ ਅਤੇ ਜੱਜ ਗਵਾਹ ਵਿਕ ਜਾਂਦੇ ਨੇ, ਮੁੱਕਰ ਜਾਂਦੇ ਨੇ, ਝੂਠੀਆਂ ਗਵਾਹੀਆਂ ਨੇ, ਪਰ ਉਹਦੇ ਦਰਬਾਰ ਦੇ ਵਿੱਚ ਝੂਠੀ ਗਵਾਹੀ ਪੈ ਨਹੀਂ ਸਕਦੀ, ਕਿਉਂਕਿ ਗਵਾਹ ਵੀ ਆਪ ਆ ਅਤੇ ਫਿਰ ਜੱਜ ਵੀ ਆਪ ਆ। ਸਭ ਕੁਝ ਸੱਚੋ ਸੱਚ ਨਿਬੜਨਾ ਉੱਥੇ ਫਿਰ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ।
ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੈ ਜੰਤ। ਹੁਣ ਕੁਦਰਤ ਦਾ ਵਰਣਨ ਕਰਦੇ ਨੇ, ਉਸ ਕਾਦਰ ਦੀ ਕੁਦਰਤ ਦਾ। ਕਹਿੰਦੇ ਜੋ ਕੋਈ ਨਾਦ ਨੇ, ਵੇਦ ਨੇ ਸੰਸਾਰ ਵਿੱਚ, ਅਸੀਂ ਸਾਰੇ ਜੀਆਂ, ਅਲੱਗ ਅਲੱਗ ਤਰ੍ਹਾਂ ਦੇ ਜੀਆਂ ਦੇ ਵਿੱਚ ਭੇਦ ਭਾਵ ਨੇ, ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਰੂਪਾਂ ਦੇ, ਰੰਗਾਂ ਦੇ ਕਹਿੰਦੇ ਜੀਵ ਬਣੇ ਨੇ। ਕਈ ਜੀਵ ਕਹਿੰਦੇ ਬਿਨਾਂ ਕੱਪੜਿਆਂ ਤੋਂ ਫਿਰ ਰਹੇ ਨੇ। ਇਹ ਸਭ ਕੁਛ ਕਹਿੰਦੇ ਅਸਚਰਜਮਈ ਹੈ। ਇਹ ਪਰਮੇਸ਼ਰ ਦੀ ਖੇਡ ਕਿੰਨੀ ਅਸਚਰਜਮਈ ਹੈ, ਕਿੰਨਾ ਕੁਛ ਹੋ ਰਿਹਾ ਹੈ ਉਹਦੀ ਕੁਦਰਤ ਦੇ ਵਿੱਚ। ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ। ਫਿਰ ਜਿਸ ਤਰ੍ਹਾਂ ਹੁਣ ਕਹਿੰਦੇ ਵੀ ਹਵਾ ਚੱਲ ਰਹੀ ਆ, ਜਾਂ ਜਿਸ ਤਰ੍ਹਾਂ ਪਾਣੀ ਹੈ ਸੰਸਾਰ ਵਿੱਚ, ਕਿਸ ਤਰ੍ਹਾਂ ਪਾਣੀ ਸਮੁੰਦਰਾਂ ਦੇ ਵਿੱਚ ਪਿਆ, ਕਿਸ ਤਰ੍ਹਾਂ ਉਹ ਇੱਕ ਤਰ੍ਹਾਂ ਆਪਣੇ ਨਿਯਮ ਦੇ ਵਿੱਚ ਵਧਿਆ ਹੋਇਆ, ਕਿਸ ਤਰ੍ਹਾਂ ਹਵਾ ਸਾਨੂੰ ਖੁੱਲ੍ਹੀ ਮਿਲ ਰਹੀ ਆ, ਕਿਸ ਤਰ੍ਹਾਂ ਅਸੀਂ ਹਵਾ ਦੇ ਸਹਾਰੇ ਜੀ ਰਹੇ ਹਾਂ, ਕਿਸ ਤਰ੍ਹਾਂ ਅੱਗ ਆਪਣਾ ਖੇਡ ਵਰਤਾਉਂਦੀ ਆ, ਕਿਤੇ ਕਿਤੇ ਜਵਾਲਾਮੁਖੀ ਕਿਵੇਂ ਭੜਕ ਉੱਠਦੇ ਨੇ, ਕਿਵੇਂ ਕਹਿੰਦੇ ਜਿਹੜੀ ਧਰਤੀ ਆ ਸਾਰੇ ਭਾਰ ਦੇ ਹੇਠਾਂ ਦੱਬੀ ਹੋਈ ਆ, ਕਿਵੇਂ ਅਲੱਗ ਅਲੱਗ ਤਰ੍ਹਾਂ ਦੀਆਂ ਖਾਣੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ ਨੇ। ਸਭ ਕੁਛ ਬਹੁਤ ਅਸਚਰਜਮਈ ਆ, ਬੜਾ ਅਲੌਕਿਕ ਖੇਡ ਉਹਦਾ ਚੱਲ ਰਿਹਾ। ਵਿਸਮਾਦ ਸਾਧ ਲੱਗੈ ਪ੍ਰਾਣੀ। ਕਹਿੰਦੇ ਜਿਹੜੇ ਆਪਾਂ ਜੀ ਸਾਰੇ ਹੈਗੇ ਆ, ਕਿਵੇਂ ਅਲੱਗ ਅਲੱਗ ਤਰ੍ਹਾਂ ਦੇ ਸਵਾਦਾਂ ਭੋਗਾਂ 'ਚ ਪਏ ਹੋਏ ਆ। ਸਭ ਕੁਛ ਇਹ ਮਤਲਬ ਅਸਚਰਜਮਈ ਹੈ, ਕਿਸ ਤਰ੍ਹਾਂ ਚੱਲ ਰਿਹਾ ਸਾਰਾ ਕੁਛ। ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਲਾਹ, ਵਿਸਮਾਦ ਉਜੜ ਵਿਸਮਾਦ ਰਹਾ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੈ ਪਾਗ। ਹੁਣ ਕੁਛ ਜੀਵ ਨੇ ਉਹ ਪਰਮੇਸ਼ਰ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ, ਕੁਛ ਜੀਵ ਨੇ ਪਰਮੇਸ਼ਰ ਨਾਲੋਂ ਵਿਛੜੇ ਹੋਏ ਨੇ। ਕਿਸ ਤਰ੍ਹਾਂ ਕਿਵੇਂ ਦੁਨੀਆ ਭੁੱਖ ਵਿੱਚ ਵੀ ਫਿਰਦੀ ਆ, ਭੁੱਖ ਹੈਗੀ ਆ ਜਿਨ੍ਹਾਂ ਨੂੰ ਢਿੱਡ ਵੀ ਨਹੀਂ ਭਰ ਸਕਦੇ, ਅਤੇ ਦੂਜੇ ਪਾਸੇ ਕਈ ਇੰਨੇ ਭੋਗ ਭੋਗਦੇ ਨੇ। ਇਹ ਸਭ ਮਤਲਬ ਉਹਦੀ ਖੇਡ ਆ, ਇੰਨੇ ਪਾੜੇ ਪਏ ਹੋਏ ਨੇ ਜਿਹੜੇ, ਕੋਈ ਇੰਨਾ ਅਮੀਰ ਆ, ਕੋਈ ਇੰਨਾ ਗਰੀਬ ਆ, ਕਿਵੇਂ ਦੁਨੀਆ ਉਹਦੀ ਸਿਫਤ ਸਲਾਹ ਕਰਨ 'ਚ ਲੱਗੀ ਹੋਈ ਆ। ਅਤੇ ਕਿਵੇਂ ਹੀ ਮਤਲਬ ਜਿਹੜੇ ਹੈਗੇ ਨੇ ਮਨਮੁਖ ਬਣੇ ਹੋਏ ਨੇ, ਕਿਵੇਂ ਗੁਰਮੁਖ ਬਣੇ ਹੋਏ ਨੇ। ਕੋਈ ਪਰਮੇਸ਼ਰ ਨੂੰ ਨੇੜੇ ਸਮਝਦਾ, ਕੋਈ ਪਰਮੇਸ਼ਰ ਨੂੰ ਦੂਰ ਸਮਝਦਾ। ਪਰਮੇਸ਼ਰ ਕਿਸੇ ਦੇ ਨੇੜੇ ਆ, ਕਿਸੇ ਦੇ ਪਰਮੇਸ਼ਰ ਦੂਰ ਆ, ਕੋਈ ਪਰਮੇਸ਼ਰ ਨੂੰ ਅੰਗ ਸੰਗ ਦੇਖਦਾ। ਮਤਲਬ ਇਹ ਸਾਰੀ ਜਿਹੜੀ ਖੇਡ ਆ ਪਰਮੇਸ਼ਰ ਦੀ ਬਹੁਤ ਹੀ ਅਸਚਰਜਮਈ ਹੈ। ਜੇ ਆਪਾਂ ਦੇਖੀਏ ਕਦੇ ਇਕੱਲੇ ਬੈਠ ਕੇ ਨਾ, ਮਤਲਬ ਸ਼ਾਂਤ ਦਿਮਾਗ 'ਚ ਸ਼ਾਂਤ ਚਿੱਤ ਹੋ ਕੇ ਦੇਖੀਏ ਨਾ, ਫਿਰ ਇਸ ਜਿਹੜਾ ਅਸਚਰਜ ਆ, ਫਿਰ ਅਸਚਰਜ ਹੋਰ ਵੱਧਦਾ ਜਾਂਦਾ ਵੀ ਜਿਹੜੇ ਇਹ ਜੀ ਜੰਤ ਨੇ ਸਾਰੇ, ਅਸੀਂ ਵੀ ਇੱਕ ਜੀ ਹਾਂ। ਅਸੀਂ ਆਪਣੇ ਆਪ ਨੂੰ ਮਨੁੱਖ ਸਮਝਦੇ ਹਾਂ ਕਿ ਵੀ ਅਸੀਂ ਵੱਡੀ, ਚਲੋ ਠੀਕ ਆ ਵੀ ਸਾਨੂੰ ਪਰਮੇਸ਼ਰ ਨੇ ਸਾਰਿਆਂ ਨਾਲੋਂ ਜ਼ਿਆਦਾ ਬੁੱਧੀ ਸਮਝਣ ਨੇ ਦਿੱਤੀ ਹੈ, ਅਤੇ ਮਨੁੱਖਾ ਜਨਮ ਵਿੱਚ ਹੀ ਉਹਦੀ ਭਗਤੀ ਕੀਤੀ ਜਾ ਸਕਦੀ ਆ। ਪਰ ਦੂਜੇ ਜੀਵ ਵੀ ਪਰਮੇਸ਼ਰ ਦੇ ਨੇ। ਕਿੱਦਾਂ ਛੋਟੀ ਜਿਹੀ ਕੀੜੀ ਤੁਰੀ ਫਿਰਦੀ ਆ, ਫਿਰ ਕਈ ਦਫਾ ਆਪਾਂ ਕੋਈ ਕੀੜਾ ਮਕੌੜਾ ਹੁੰਦਾ, ਉਹ ਡਰਦੇ ਉਹਨੂੰ ਮਾਰ ਦਿੰਦੇ ਆ। ਹੈ ਤੇ ਪਰਮੇਸ਼ਰ ਦੀ ਜਾਨ ਸੀ ਉਹਦੇ ਵਿੱਚ, ਪਰਮੇਸ਼ਰ ਦੀ ਜੋਤ ਸੀਗੀ ਪਾਈ ਹੋਈ, ਕਿਵੇਂ ਉਹ ਭੱਜਿਆ ਫਿਰਦਾ। ਹਰ ਇੱਕ ਜੀਵ ਕਿਸ ਤਰ੍ਹਾਂ ਉਹਨੂੰ ਡਰ ਕੇ ਭੱਜਦਾ, ਕਿਵੇਂ ਉਹਦੇ ਵਿੱਚ ਡਰ ਪਾਇਆ ਹੋਇਆ, ਜਿਵੇਂ ਸਾਡੇ 'ਚ ਡਰ ਹੈ। ਬਹੁਤ ਮਤਲਬ ਪਰਮੇਸ਼ਰ ਦੀਆਂ ਅਸਚਰਜ ਕਰਨ ਵਾਲੀਆਂ ਖੇਡਾਂ ਨੇ। ਜਦੋਂ ਆਪਾਂ ਇਹਨੂੰ ਸ਼ਾਂਤ ਚਿੱਤ ਹੋ ਕੇ ਕਦੇ ਦੇਖਦੇ ਹਾਂ ਨਾ, ਬਹੁਤ ਹੀ ਅਸਚਰਜ ਕੁਦਰਤ ਹੈ ਪਰਮੇਸ਼ਰ ਦੀ। ਫਿਰ ਕਹਿੰਦੇ ਵੀ ਕੋਈ ਵੱਡੇ ਭਾਗਾਂ ਵਾਲਾ ਜਿਹੜੀ ਇਸ ਖੇਡ ਨੂੰ ਸਮਝ ਲੈਂਦਾ, ਜਿਹਨੂੰ ਪਰਮੇਸ਼ਰ ਆਪ ਇਸ ਖੇਡ ਦੀ ਸਮਝ ਬਖਸ਼ਦਾ। ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ,
ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਫਿਰ ਕਹਿੰਦੇ ਇਹ ਜਿਹੜੀ ਸ੍ਰਿਸ਼ਟੀ ਇਹ ਪਰਮੇਸ਼ਰ ਦੀ, ਇਹ ਪਰਮੇਸ਼ਰ ਨੇ ਕੁਦਰਤ ਆਪਣੀ ਰਚੀ ਆ। ਪਹਿਲਾਂ ਪਰਮੇਸ਼ਰ ਨੇ ਆਪ ਸਾਜਿਆ, ਫਿਰ ਪਰਮੇਸ਼ਰ ਨੇ ਦੂਜੀ ਇਹ ਕੁਦਰਤ ਸਾਜੀ ਆ। ਇਸ ਕੁਦਰਤ ਦੇ ਵਿੱਚ ਜਿਹੜਾ ਡਰ ਸੁੱਖ ਦੇ ਵਿੱਚ ਦੁਨੀਆ ਰਹਿ ਰਹੀ ਆ, ਕੁਦਰਤ ਦੇ ਵਿੱਚ ਹੀ ਪਰਮੇਸ਼ਰ ਨੇ ਪਾਤਾਲ ਆਕਾਸ਼ ਬਣਾਏ ਨੇ, ਸਾਰੇ ਸਾਡੇ ਆਕਾਰ ਬਣਾਏ ਨੇ। ਇਹ ਸਭ ਉਹਦੀ ਕੁਦਰਤ ਆ, ਸਭ ਕੁਛ ਅਚਰਜਮਈ ਆ। ਫਿਰ ਇਸ ਕੁਦਰਤ ਦੇ ਵਿੱਚ ਹੀ ਪਰਮੇਸ਼ਰ ਨੇ ਵੇਦਾਂ ਪੁਰਾਣਾ ਕਤੇਬਾਂ ਦੀ ਰਚਨਾ ਕਰਵਾਈ ਆ। ਸਾਰੀਆਂ ਵਿਚਾਰਾਂ ਜੋ ਹੋ ਰਹੀਆਂ ਨੇ ਸਭ ਕੁਛ ਪਰਮੇਸ਼ਰ ਦੇ ਹੁਕਮ ਦੇ ਅਧੀਨ ਹੋ ਰਿਹਾ। ਕਿਸ ਤਰ੍ਹਾਂ ਸੰਸਾਰ ਦੇ ਵਿੱਚ ਖਾਣਾ ਪੀਣਾ ਪਹਿਨਣਾ ਵਰਤ ਰਿਹਾ, ਕਿਸ ਤਰ੍ਹਾਂ ਦੁਨੀਆ ਦੇ ਵਿੱਚ ਪ੍ਰੇਮ ਦੀ ਭਾਵਨਾ ਚੱਲ ਰਹੀ ਹੈ, ਇਹ ਸਭ ਕੁਝ ਪਰਮੇਸ਼ਰ ਦੀ ਕੁਦਰਤ ਬੜੇ ਬੇਸਮਾਦਮਈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਫਿਰ ਕਹਿੰਦੇ ਕਿਸ ਤਰ੍ਹਾਂ ਅਲੱਗ-ਅਲੱਗ ਰੰਗਾਂ ਦੇ ਭਾਂਤਾਂ ਦੇ ਜੀਵ ਬਣਾਏ ਨੇ ਕੁਦਰਤ ਦੇ ਵਿੱਚ, ਕਿਸ ਤਰ੍ਹਾਂ ਕੁਦਰਤ ਦੇ ਵਿੱਚ ਚੰਗਿਆਈਆਂ ਵੀ ਹੋ ਰਹੀਆਂ ਨੇ ਅਤੇ ਬੁਰਾਈਆਂ ਵੀ ਹੋ ਰਹੀਆਂ ਨੇ। ਜੀਵ ਨੂੰ ਮਾਨ ਅਭਿਮਾਨ ਵੀ ਹੈ। ਕਿਸ ਤਰ੍ਹਾਂ ਜਿਸ ਤਰ੍ਹਾਂ ਹੈਗਾ ਪਾਣੀ ਦਾ, ਹਵਾ ਦਾ, ਅੱਗ ਦਾ, ਕਿਸ ਤਰ੍ਹਾਂ ਉਹਨਾਂ ਦੇ ਆਪਣੇ ਆਪਣੇ ਰੋਲ ਬਣਾਏ ਨੇ ਪਰਮੇਸ਼ਰ ਨੇ। ਧਰਤੀ ਬਣਾਈ ਆ, ਹਰ ਇੱਕ ਜਿਸ ਤਰ੍ਹਾਂ ਸਾਰੇ ਇਹ ਪੰਜੇ ਤੱਤ ਨੇ ਇਹ ਇੱਕ ਦੂਜੇ ਦੇ ਵਿਰੋਧੀ ਨੇ। ਸਾਡੇ ਸਰੀਰ ਦੇ ਵਿੱਚ ਇਕੱਠੇ ਕਰਕੇ ਵਿਰੋਧੀ ਤੱਤ ਪਾਏ ਨੇ ਅਤੇ ਇਹ ਸਭ ਕੁਛ ਉਸ ਪਰਮੇਸ਼ਰ ਦੀ ਅਚਰਜ ਕੁਦਰਤ ਹੈ ਜੋ ਪਵਿੱਤਰ ਹੈ, ਜਿਹਦਾ ਨਾਮ ਬੜਾ ਪਵਿੱਤਰ ਹੈ। ਸਭ ਕੁਛ ਉਹਦੇ ਹੁਕਮ ਦੇ ਵਿੱਚ ਵਰਤ ਰਿਹਾ ਅਤੇ ਉਹ ਆਪਣੇ ਹੁਕਮ ਦੇ ਵਿੱਚ ਆਪਣੀ ਇਸ ਖੇਡ ਨੂੰ ਦੇਖ ਰਿਹਾ। ਪੌੜੀ ਆਪੀਨੈ ਭੋਗ ਭੋਗ ਕੈ, ਹੋਏ ਭਸਮੜ ਪੌਰ ਸਿਦਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਕਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਉਦੀ, ਹੁਣ ਸੁਣੀਐ ਕਿਆ ਰੁਆਇਆ। ਮਨ ਅੰਧੈ ਜਨਮ ਗਵਾਇਆ। ਕਹਿੰਦੇ ਫਿਰ ਜਿਸ ਤਰ੍ਹਾਂ ਸਾਡੇ ਅੰਦਰ ਪਰਮੇਸ਼ਰ ਆਪ ਹੀ ਜਿੰਦ ਰੂਪ ਹੋ ਕੇ ਆਇਆ ਹੋਇਆ, ਫਿਰ ਆਪ ਹੀ ਜਦੋਂ ਇਹ ਸਾਹਾਂ ਦੀ ਗਿਣਤੀ ਪੂਰੀ ਹੋ ਗਈ, ਆਪ ਹੀ ਫਿਰ ਕਹਿੰਦੇ ਛੱਡ ਕੇ ਇਸ ਸੰਸਾਰ ਨੂੰ ਚਲੇ ਜਾਂਦਾ। ਫਿਰ ਕਹਿੰਦੇ ਇਸ ਤਰ੍ਹਾਂ ਹੀ ਜਿਹੜਾ ਜੀਵ ਮਨਮੁਖ ਸੀ ਆਪਣੇ ਜੀਵਨ ਦੇ ਦੌਰਾਨ ਉਹਨੇ ਬੜੀਆਂ ਮਾਣਾਈਆਂ ਕੀਤੀਆਂ, ਪਰ ਜਦੋਂ ਹੁਣ ਉੱਥੇ ਲੇਖਾ ਦੇਣਾ ਪੈ ਰਿਹਾ, ਉੱਥੇ ਫਿਰ ਹੁਣ ਕਹਿੰਦੇ ਉਹਦੀ ਕੂਕ ਪੁਕਾਰ ਸੁਣੀ ਨਹੀਂ ਜਾ ਰਹੀ। ਦੁਨੀਆ ਦੇ ਵਿੱਚ ਤਾਂ ਬੜਾ ਉਹਦਾ ਨਾਂ ਸੀਗਾ ਵੀ ਮਤਲਬ ਬੜਾ ਵੱਡਾ ਬੰਦਾ, ਪਰ ਉਹਨੇ ਮਾਣਾਈਆਂ ਕੀਤੀਆਂ, ਮਨਮੁਖ ਉਹਦਾ ਨਾਂ ਨਹੀਂ ਲਿਆ ਹੈਗਾ, ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਹੁਣ ਉੱਥੇ ਜਦੋਂ ਲੇਖਾ ਦੇਣਾ ਪੈ ਰਿਹਾ, ਹੁਣ ਕਹਿੰਦੇ ਉਹਦੀ ਕੋਈ ਰੋਣ ਦੀ ਕੂਕ ਪੁਕਾਰ ਨਹੀਂ ਸੁਣੀ ਜਾ ਰਹੀ, ਕਿਉਂਕਿ ਉਹਨੇ ਆਪਣੇ ਮਾਣਾਈਆਂ ਕੀਤੀਆਂ। ਆਪਣਾ ਜਿਹੜਾ ਇਹ ਮਨੁੱਖਾ ਜਨਮ ਆ ਇਹਨੂੰ ਸਫਲ ਨਹੀਂ ਕੀਤਾ ਉਹਦਾ ਨਾਮ ਜਪ ਕੇ। ਹੁਣ ਲੇਖਾ ਉਹਨੂੰ ਦੇਣਾ ਪੈ ਰਿਹਾ ਅਤੇ ਉਹਦੀ ਕੋਈ ਹੁਣ ਦੁੱਖ ਦਰਦ ਸੁਣਨ ਵਾਲਾ ਨਹੀਂ ਹੈ। ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹੇ ਸਦ ਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਉਸ ਪਰਮੇਸ਼ਰ ਦੇ ਡਰ ਅਦਬ ਵਿੱਚ ਹੋ ਰਿਹਾ।
ਕਹਿੰਦੇ ਹਵਾ ਵੀ ਚੱਲਦੀ ਆ ਪਰਮੇਸ਼ਰ ਦੇ ਹੁਕਮ ਦੇ ਵਿੱਚ, ਕਦੇ ਧੀਮੀ ਚੱਲਦੀ ਆ, ਕਦੇ ਹਨੇਰੀਆਂ ਵਗਦੀਆਂ ਨੇ, ਦਰਿਆ ਵਗਦੇ ਨੇ ਉਹਦੇ ਹੁਕਮ ਦੇ ਵਿੱਚ, ਕਦੇ ਠੰਡੇ ਠਾਰ ਚੱਲਦੇ ਨੇ, ਸ਼ਾਂਤੀਪੂਰਵਕ ਚੱਲਦੇ ਨੇ, ਕਦੇ ਹੜ੍ਹ ਆ ਜਾਂਦੇ ਨੇ। ਸਭ ਕੁਛ ਉਹਦੇ ਹੁਕਮ ਵਿੱਚ ਹੋ ਰਿਹਾ। ਜਿਹੜੀ ਅੱਗ ਵੀ ਹੈ ਕਹਿੰਦੇ ਉਹਦੇ ਹੁਕਮ ਵਿੱਚ ਚੱਲਦੀ ਆ, ਕਿਤੇ ਸ਼ਾਂਤ ਰਹਿੰਦੇ ਨੇ, ਕਿਤੇ ਜਵਾਲਾਮੁਖੀ ਭੜਕ ਉੱਠਦੇ ਨੇ। ਜਿਹੜੀ ਧਰਤੀ ਆ ਉਹਦੇ ਭੈ ਵਿੱਚ ਆ, ਸਾਰੇ ਭਾਰ ਦੇ ਹੇਠ ਦੱਬੀ ਹੋਈ ਆ, ਉਹਦੇ ਭੈ ਵਿੱਚ ਆ, ਕਿਤੇ ਸ਼ਾਂਤ ਰਹਿੰਦੀ ਆ, ਕਿਤੇ ਭੈ ਦੇ ਵਿੱਚ ਹੀ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਭੁਚਾਲ ਆ ਜਾਂਦੇ ਨੇ। ਸਭ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਜਿਹੜਾ ਵਰਖਾ ਦਾ ਦੇਵਤਾ ਇੰਦਰ ਹੈ, ਉਹਦੇ ਹੁਕਮ ਦੇ ਵਿੱਚ ਹੀ ਹੁੰਦੀ ਆ। ਜਿਹੜਾ ਧਰਮ ਰਾਜ ਫੈਸਲੇ ਕਰਦਾ ਉਹ ਵੀ ਉਹਦੇ ਹੁਕਮ ਵਿੱਚ ਆ। ਸੂਰਜ ਚੰਦਰਮਾ ਵੀ ਹੁਕਮ ਦੇ ਵਿੱਚ ਨੇ। ਕਹਿੰਦੇ ਕਰੋੜਾਂ ਕਰੋੜਾਂ ਮੀਲਾਂ ਦਾ ਫਾਸਲਾ ਤੈਅ ਕਰਦੇ ਨੇ। ਸਭ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਇੱਕ ਵਾਰ ਕਹਿੰਦੇ ਇੱਕ ਜਗ੍ਹਾ ਪਿੰਡ ਦੇ ਵਿੱਚ ਕੋਈ ਫਕੀਰ ਰਹਿੰਦਾ ਸੀ, ਤਾਂ ਉਸ ਪਿੰਡ ਦੇ ਵਿੱਚ ਦਰਿਆ ਚੜ੍ਹ ਆਇਆ। ਤਾਂ ਉਹ ਲੋਕਾਂ ਨੇ ਉਹਨੂੰ ਫਕੀਰ ਨੂੰ ਕਿਹਾ ਵੀ ਤੂੰ ਪਰਮਾਤਮਾ ਦਾ ਨਾਂ ਲੈਣ ਵਾਲਾ, ਵੀ ਤੂੰ ਦਰਿਆ ਨੂੰ ਬੇਨਤੀ ਕਰ ਵੀ ਇਹ ਠੰਡਾ ਹੋ ਜਾਵੇ, ਸੀਤ ਹੋ ਜਾਵੇ, ਤਾਂ ਹੜ੍ਹ ਨਾ ਆਏ। ਤਾਂ ਜਦੋਂ ਉਹਨੇ ਮਤਲਬ ਦਰਿਆ ਨੂੰ ਕਿਹਾ, ਤਾਂ ਦਰਿਆ ਕਹਿੰਦਾ ਵੀ ਜਿਸ ਤਰ੍ਹਾਂ ਤੁਸੀਂ ਹੁਕਮ ਦੇ ਵਿੱਚ ਵੱਜੇ ਹੋ, ਵੀ ਮੈਂ ਵੀ ਉਹਦੇ ਹੁਕਮ ਵਿੱਚ ਵੱਜਿਆ ਹੋਇਆ। ਕਿੰਨੀ ਪਿਆਰੀ ਗੱਲ ਸੀ ਨਾ, ਵੀ ਅਸੀਂ ਸਾਰੇ ਹੀ ਉਹਦੇ ਹੁਕਮ ਦੇ ਵਿੱਚ ਵੱਜੇ ਹੋਏ ਹਾਂ। ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ। ਸਗਲਿਆਂ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਕਹਿੰਦੇ ਜਿਹੜੇ ਕੋਈ ਭਗਤੀ ਕਰਨ ਵਾਲੇ ਸਿੱਧ ਨੇ, ਬੁੱਧ ਨੇ, ਦੇਵਤੇ ਨੇ, ਨਾਥ ਨੇ, ਸਾਰੇ ਉਹ ਵੀ ਉਹਦੇ ਡਰ ਵਿੱਚ ਨੇ, ਉਹਦੇ ਹੁਕਮ ਦੇ ਵਿੱਚ ਨੇ। ਜਿਹੜਾ ਇਹ ਆਕਾਸ਼ ਖੜਾ ਕਹਿੰਦੇ ਇਹ ਵੀ ਬਿਨਾਂ ਥੰਮੀਆਂ ਤੋਂ ਖੜਾ, ਇਹ ਵੀ ਉਹਦੇ ਹੁਕਮ ਦੇ ਵਿੱਚ ਆ। ਸਾਰੇ ਜਿਹੜੇ ਵੱਡੇ ਵੱਡੇ ਯੋਧੇ ਸੂਰਮੇ ਹੁੰਦੇ ਨੇ ਉਹ ਵੀ ਉਹਦੇ ਹੁਕਮ ਦੇ ਵਿੱਚ, ਉਹਦੇ ਡਰ ਅਦਬ ਦੇ ਵਿੱਚ। ਸਾਰੇ ਕਹਿੰਦੇ ਸੰਸਾਰ ਵਿੱਚ ਲੋਕਾਂ ਦੇ ਪੂਰਾਂ ਦੇ ਪੂਰ ਆਉਂਦੇ ਨੇ, ਜਨਮ ਲੈਂਦੇ ਨੇ, ਫਿਰ ਮੌਤ ਰਾਹੀਂ ਜਾਂਦੇ ਨੇ ਵਾਪਸ। ਸਭ ਕੁਛ ਉਹਦੇ ਹੁਕਮ ਵਿੱਚ ਹੋ ਰਿਹਾ। ਜਿਹੜਾ ਇਹਦਾ ਜਿਹੜਾ ਹੁਕਮ ਆ, ਇਹ ਕਹਿੰਦੇ ਸਾਰਿਆਂ ਦੇ ਸਿਰ 'ਤੇ ਲਿਖਿਆ ਹੋਇਆ। ਉਹਦਾ ਜਿਹੜਾ ਇਹ ਹੁਕਮ ਆ ਸਾਡੇ ਸਾਰਿਆਂ ਦੇ ਸਿਰ 'ਤੇ ਚੱਲ ਰਿਹਾ। ਅਤੇ ਡਰ ਤੋਂ ਬਿਨਾਂ ਉਹਦੇ ਤੋਂ ਕੌਣ ਆ? ਇੱਕ ਉਹ ਸੱਚਾ ਜਿਹੜਾ ਨਿਰਭਉ ਨਿਰੰਕਾਰ, ਉਹ ਸੱਚਾ ਆਪ ਹੈ, ਜਿਹਦੇ 'ਤੇ ਉਹਦਾ ਆਪਣਾ ਹੁਕਮ ਆਪਣੇ 'ਤੇ ਨਹੀਂ ਨਾ ਹੈ, ਉਹਦਾ ਹੁਕਮ ਸਾਡੇ 'ਤੇ ਹੈ। ਉਹ ਇੱਕ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਹੈ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ। ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ। ਕੀਤੇ ਨੱਚੈ ਮੰਗਤੇ, ਗਿੜਮੁੜ ਪੂਰੈ ਤਾਲ। ਬਾਜ਼ਾਰੀ ਬਾਜ਼ਾਰ ਮਹਿ, ਆਏ ਕੱਢੈ ਬਾਜ਼ਾਰ। ਗਾਵੈ ਰਾਜੇ ਰਾਣੀਆਂ, ਬੋਲੇ ਆਲ ਪਤਾਲ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਬਿਨਾਂ ਡਰ ਤੋਂ ਹੈ, ਬਿਨਾਂ ਕਿਸੇ ਹੁਕਮ ਤੋਂ ਹੈ, ਉਹ ਇੱਕ ਪਰਮੇਸ਼ਰ ਆਪ ਹੈ, ਨਿਰੰਕਾਰ। ਹੋਰ ਜਿਸ ਤਰ੍ਹਾਂ ਕਹਿੰਦੇ ਰਾਮ ਜੀ ਹੋਏ ਨੇ, ਕ੍ਰਿਸ਼ਨ ਜੀ ਹੋਏ ਨੇ, ਹੋਰ ਸਾਰੀਆਂ ਵੇਦਾਂ ਵਿਚਾਰਾਂ 'ਚ ਹੋਰ ਕਹਿੰਦੇ ਇਸ ਤਰ੍ਹਾਂ ਪ੍ਰਸੰਗ ਹੋਏ ਨੇ, ਜਿਹੜੇ ਅਵਤਾਰ ਹੋਏ ਨੇ, ਉਹ ਸਾਰੇ ਕਹਿੰਦੇ ਇੱਕ ਵਾਰ ਆ ਕੇ ਜਾਣ ਵਾਲੇ ਨੇ। ਪਰਮੇਸ਼ਰ ਦੀ ਤਰ੍ਹਾਂ ਕੋਈ ਇਸ ਤਰ੍ਹਾਂ ਅਟੱਲ ਨਹੀਂ ਹੈ। ਫਿਰ ਕਹਿੰਦੇ ਉਹਨਾਂ ਦੀਆਂ ਕਹਾਣੀਆਂ ਕਰਨ ਦੇ ਲਈ ਲੋਕ ਕਹਿੰਦੇ ਸਾਂਗ ਬਣਾਉਂਦੇ ਨੇ। ਕੋਈ ਰਾਮ ਬਣਦਾ, ਕੋਈ ਕ੍ਰਿਸ਼ਨ ਬਣਦਾ, ਫਿਰ ਉਹਨਾਂ ਦੇ ਕਹਿੰਦੇ ਸਜਾਵਟ ਲਈ ਗਲਾਂ 'ਚ ਹਾਰ ਪਾਉਂਦੇ ਨੇ। ਕਹਿੰਦੇ ਫਿਰ ਉਹ ਉਹਨਾਂ ਦੀਆਂ ਕਥਾ ਕਹਾਣੀਆਂ ਕਰਕੇ ਦੂਜੇ ਲੋਕਾਂ ਨੂੰ ਸੁਣਾਉਂਦੇ ਨੇ। ਪਰ ਇਹ ਸਭ ਕੁਛ ਕਹਿੰਦੇ ਨਾਸ਼ਵਾਨ ਹੈ। ਉਹ ਜਿਹੜੀਆਂ ਵੀ ਗੱਲਾਂ ਕਰਦੇ ਨੇ ਉਹ ਸਭ ਨਾਸ਼ ਹੋਣ ਵਾਲੀਆਂ ਨੇ। ਇੱਕ ਉਸ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਭ ਸੰਸਾਰ ਨਾਸ਼ਵਾਨ ਹੈ। ਇੱਕ ਉਹ ਪਰਮੇਸ਼ਰ ਹੈ ਜੋ ਸਦਾ ਸਦਾ ਅਟੱਲ ਰਹਿਣ ਵਾਲਾ ਹੈ।
ਕਹਿੰਦੇ ਜਿਹੜੇ ਇਹ ਸਾਜ਼ ਵਗੈਰਾ ਕਰਦੇ ਨੇ ਇਹ ਸਿਰਫ ਜਿਵੇਂ ਬਾਜ਼ਾਰਾਂ ਦੇ ਵਿੱਚ ਸਵਾਂਗ ਕੱਢਦੇ ਫਿਰਦੇ ਨੇ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ। ਫਿਰ ਕਹਿੰਦੇ ਜਿਹੜੇ ਇਹ ਰਾਜੇ ਰਾਣੀਆਂ ਦੇ ਸਵਾਂਗ ਕੱਢਦੇ ਫਿਰਦੇ ਨੇ ਉਹਨਾਂ ਦੇ ਫਿਰ ਕਹਿੰਦੇ ਉਹ ਹਾਰ ਸ਼ਿੰਗਾਰ ਕਰਕੇ ਦਿਖਾਉਂਦੇ ਨੇ, ਪਰ ਕਹਿੰਦੇ ਜਿਹੜੇ ਹਾਰ ਸ਼ਿੰਗਾਰ ਦਿਖਾਉਂਦੇ ਨੇ ਵੀ ਲੱਖਾਂ ਲੱਖਾਂ ਦੇ ਉਹਨਾਂ ਦੇ ਕੀਮਤਾਂ ਨੇ, ਪਰ ਜਿਸ ਤਨ 'ਤੇ ਕਹਿੰਦੇ ਸਜਾਏ ਜਾਂਦੇ ਨੇ ਉਹ ਤਨ 'ਤੇ ਇੱਕ ਦਿਨ ਮਿੱਟੀ ਹੋ ਜਾਣਾ। ਗਿਆਨ ਨ ਗੱਲੀ ਟੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਕਹਿੰਦੇ ਜਿਹੜਾ ਪਰਮੇਸ਼ਰ ਦਾ ਗਿਆਨ ਆ ਨਾ ਕਹਿੰਦੇ ਉਹ ਗੱਲਾਂ ਦੇ ਨਾਲ ਨਹੀਂ ਆ ਸਕਦਾ, ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਦੇ ਉੱਪਰ ਬਾਦਸ਼ਾਹੀ ਕੀਤਿਆਂ ਆ ਸਕਦਾ। ਇਹ ਕਹਿੰਦੇ ਪਰਮੇਸ਼ਰ ਦਾ ਜੋ ਗਿਆਨ ਆ, ਪਰਮੇਸ਼ਰ ਦੇ ਨਾਲ ਜਿਹੜੀ ਜਾਣ ਪਛਾਣ ਹੁੰਦੀ ਆ, ਇਹ ਤੇ ਉਸ ਪਰਮੇਸ਼ਰ ਦੀ ਰਹਿਮਤ ਸਦਕਾ ਹੁੰਦੀ ਆ। ਫਿਰ ਅੱਗੇ ਹੁਣ ਜਿਹੜੀ ਆਪਾਂ ਪੌੜੀ ਪੜ੍ਹਨ ਜਾ ਰਹੇ ਹਾਂ ਨਾ ਇਹਦੇ ਵਿੱਚ ਦੱਸ ਰਹੇ ਨੇ ਵੀ ਜਿਹੜਾ ਪਰਮੇਸ਼ਰ ਦੇ ਨਾਲ ਸਾਂਝ ਆ ਉਹ ਕਿਵੇਂ ਪੈਂਦੀ ਹੈ ਜੀਵ ਦੀ। ਪੌੜੀ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਹਾਂਜੀ ਸੰਗਤ ਜੀ, ਹੁਣ ਪਾਤਸ਼ਾਹ ਦੱਸਦੇ ਨੇ ਕਿ ਵੀ ਇਹ ਪਰਮਾਤਮਾ ਦੇ ਨਾਲ ਜਾਣ ਪਛਾਣ ਕਿਵੇਂ ਹੁੰਦੀ ਆ, ਕਿਸ ਤਰ੍ਹਾਂ ਪਰਮੇਸ਼ਰ ਨੂੰ ਪਾ ਹੁੰਦਾ। ਕਹਿੰਦੇ ਜਿਸ ਉੱਤੇ ਪਰਮੇਸ਼ਰ ਆਪਣੀ ਮਿਹਰ ਦੀ ਨਜ਼ਰ ਕਰਦੇ ਨੇ, ਉਹਦਾ ਸਤਿਗੁਰ ਦੇ ਨਾਲ ਮਿਲਾਪ ਕਰਾਉਂਦੇ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰੀਤ ਪਾਉਂਦੇ ਨੇ। ਇਹ ਕਹਿੰਦੇ ਜਿਹੜਾ ਜੀਵ ਆ ਪਤਾ ਨਹੀਂ ਕਿੰਨੇ ਜਨਮਾਂ ਦਾ, ਹਜ਼ਾਰਾਂ ਜਨਮਾਂ ਦਾ ਭਟਕਦਾ ਆ ਰਿਹਾ ਅਲੱਗ-ਅਲੱਗ ਜਨਮਾਂ ਦੇ ਵਿੱਚ। ਹੁਣ ਕਹਿੰਦੇ ਪਰਮੇਸ਼ਰ ਨੇ ਸਤਿਗੁਰ ਰਾਹੀਂ ਆਪਣਾ ਸ਼ਬਦ ਸੁਣਾਇਆ ਜੀਵ ਨੂੰ। ਤੇ ਹੁਣ ਕਹਿੰਦੇ ਸਤਿਗੁਰ ਜਿੱਡਾ ਕੋਈ ਦਾਤਾ ਨਹੀਂ ਹੈ, ਕਿਉਂਕਿ ਸਤਿਗੁਰ ਹੀ ਸਾਨੂੰ ਨਾਮ ਦੀ ਦਾਤ ਦਿੰਦਾ ਹੈ। ਗੁਰੂ ਆਪਣਾ ਸ਼ਬਦ ਸੁਣਾਉਂਦਾ ਹੈ। ਕਹਿੰਦੇ ਸਾਰੇ ਲੋਕ ਸੁਣ ਲਓ ਧਿਆਨ ਨਾਲ, ਸਤਿਗੁਰ ਜੀਵੜ ਦਾਤਾ ਕੋਈ ਨਹੀਂ ਹੈ। ਸਤਿਗੁਰ ਨੇ ਹੀ ਸਾਨੂੰ ਨਾਮ ਦੀ ਦਾਤ ਦੇਣੀ ਹੈ। ਫਿਰ ਕਹਿੰਦੇ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੋ ਜਾਂਦਾ, ਜੀਵ ਪਰਮੇਸ਼ਰ ਦਾ ਨਾਮ ਧਿਆਉਂਦਾ, ਇਹਦੇ ਨਾਲ ਜੀਵ ਦੇ ਵਿੱਚੋਂ ਆਪਾ ਭਾਵ ਖਤਮ ਹੋ ਜਾਂਦਾ। ਜਦੋਂ ਆਪਾ ਭਾਵ ਖਤਮ ਹੋ ਜਾਂਦਾ, ਫਿਰ ਜੀਵ ਦੀ ਜਾਣ ਪਹਿਚਾਣ ਪਰਮਾਤਮਾ ਨਾਲ ਹੁੰਦੀ ਆ, ਸਤਿਗੁਰ ਦੇ ਰਾਹੀਂ। ਉਹ ਕਹਿੰਦੇ ਸਤਿਗੁਰ ਜੋ ਕਹਿੰਦੇ ਪਰਮੇਸ਼ਰ ਦੇ ਨਾਲ ਜੀਵ ਨੂੰ ਮਿਲਾ ਦਿੰਦਾ, ਉਹਦੇ ਨਾਮ ਦੀ ਦਾਤ ਦੇ ਕੇ ਫਿਰ ਜੀਵ ਨੂੰ ਉਸ ਪਰਮੇਸ਼ਰ ਬਾਰੇ ਸੱਚੋ ਸੱਚ ਸਮਝ ਲੱਗ ਜਾਂਦੀ ਆ ਕਿ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਦੇ ਵਿੱਚ ਕੀ ਖੇਡ ਬਣਾਈ ਹੋਈ ਆ। ਇਹ ਸਭ ਸਤਿਗੁਰ ਦੇ ਰਾਹੀਂ ਹੀ ਸੰਭਵ ਹੈ। ਮਿਹਰ ਹੋਣੀ ਪਰਮੇਸ਼ਰ ਦੀ, ਸਤਿਗੁਰ ਮਿਲਾਉਣਾ, ਸਤਿਗੁਰ ਨੇ ਨਾਮ ਦ੍ਰਿੜ ਕਰਾਉਣਾ, ਜੀਵ ਨੇ ਕਮਾਈ ਕਰਨੀ, ਫਿਰ ਜੀਵ ਦੀ ਲੀਨਤਾ ਪਰਮੇਸ਼ਰ ਵਿੱਚ ਹੋ ਜਾਂਦੀ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।